ਤੁਹਾਡੀ ਕਿਤਾਬ ਵਲਵਲੇ 2 ਜਿਹੜੀ ਆ ਭਾਗ ਦੂਜਾ ਆਇਆ ਵਾ। ਇਹਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਸਮਰਪਿਤ ਤੁਸੀਂ ਜਿਹੜੀ ਆ ਉਹ ਆਪਣੀ ਪੋਤਰੀ ਪ੍ਰਭ ਨਾਜ਼ ਦੀ ਮੁਸਕਰਾਹਟ ਨੂੰ ਕੀਤੀ ਆ। ਇਹ ਮੇਰੀ ਪੋਤਰੀ ਆ ਤੇ ਇਹਦੀ ਮਿੱਠੀ ਮੁਸਕਰਾਹਟ ਨੂੰ ਮੈਂ ਜੀ ਇਹ ਸਮਰਪਿਤ ਕੀਤੀ ਆ ਤੇ ਸ਼ਾਇਦ ਦਰਸ਼ਕ ਵੀ ਸਮਝ ਸਕਣਗੇ ਕਿ ਮੁਸਕਰਾਹਟ ਵਾਕਿਆ ਹੀ ਬੜੀ ਮਿੱਠੀ ਹੈ। ਜੀ ਜੀ ਜੀ। ਪਰ ਖਾਸ ਵਜ੍ਹਾ ਜਿਹੜੀ ਆ ਉਹ ਆਪਣੀ ਪੋਤਰੀ ਨੂੰ ਇਹ ਕਿਤਾਬ ਸਮਰਪਿਤ ਕਰਨ ਦੀ। ਪਰਿਵਾਰ ਦਾ ਜਿਹੜਾ ਵਾਧਾ ਹੋਇਆ ਉਹਦੇ 'ਚ ਮੇਰੀਆਂ 2 ਪੋਤਰੀਆਂ ਨੇ ਜੀ। ਤੇ ਦੂਸਰੀ ਪੋਤਰੀ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਅਫਸੋਸ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਕੀ ਹੋ ਗਿਆ, ਕੋਈ ਰੱਬ ਚੰਗੀ ਚੀਜ਼ ਦਿੰਦਾ। ਬਿਲਕੁਲ ਜਿੱਦਾਂ ਸਮਾਜ ਵਿੱਚ ਚੱਲਦਾ ਹੈ। ਤੇ ਮੈਂ ਉਹਨਾਂ ਸਭ ਨੂੰ ਮਨਾ ਕੀਤਾ ਵੀ ਮੈਨੂੰ ਰੱਬ ਨੇ ਬਹੁਤ ਚੰਗੀ ਚੀਜ਼ ਦਿੱਤੀ ਆ। ਇਹਦੇ ਹੱਥ ਪੈਰ ਪੂਰੇ ਨੇ, ਅੰਗ ਪੂਰੇ ਨੇ, ਸੋਹਣੀ ਸੁਨੱਖੀ ਆ, ਇਹਦੀ ਕਿਸਮਤ ਰੱਬ ਨੇ ਲਿਖ ਕੇ ਭੇਜੀ ਆ। ਤੇ ਮੈਨੂੰ ਇਹ ਬੜਾ ਅੱਛਾ ਲੱਗਾ ਔਰ ਮੈਂ ਸਾਰਿਆਂ ਨੂੰ ਲੱਡੂਆਂ ਦੇ ਡੱਬਿਆਂ ਨਾਲ ਮਤਲਬ ਦੇ ਕੇ ਵਧਾਈ ਦੇ ਕੇ ਤੋਰਿਆ ਸੀ। ਜੀ। ਕਰਦਿਆਂ ਸੋਚ ਆਈ ਵੀ ਗੁਰੂ ਨਾਨਕ ਸਾਹਿਬ ਨੂੰ ਲਿਖਣ ਦੀ ਕੀ ਲੋੜ ਪੈ ਗਈ। ਤੇ ਫਿਰ ਮੇਰੇ ਮਨ 'ਚ ਆਇਆ ਵੀ ਜਿਹੜਾ ਲਿਖੀ ਹੋਈ ਚੀਜ਼ ਆ ਇਹਦੀ ਸਾਂਝ ਲੋਕਾਂ ਨਾਲ ਬਹੁਤ ਲੰਮੇਰਾ ਚਿਰ ਪੈਂਦੀ ਆ। ਜੀ। ਇਸੀ ਜਿਹੜੀ ਹੁਣ ਵਾਲੀ ਕਿਤਾਬ ਆ ਇਹਦੀ ਵੀ ਵੰਡ ਕੀਤੀ ਗਈ ਆ ਜਾਂ ਇਹ ਸਿੱਧੇ ਤੌਰ ਤੇ ਹੀ ਲਿਖੀ ਗਈ ਆ? ਨਹੀਂ ਗਿੱਲ ਸਾਹਿਬ, ਇਹਦੀ ਵੀ ਵੰਡ ਕੀਤੀ ਆ ਜੀ, ਰੂਹਾਨੀਅਤ ਤੇ ਕਿਰਸਾਨੀ ਜੀ। ਇਹਦਾ ਮਤਲਬ ਪਾਠਕ ਦੇ ਹੱਥ 'ਚ ਕਿਤਾਬ ਹੋਏਗੀ ਤੇ ਉਹਦਾ ਟਾਈਟਲ ਪੜ੍ਹੇਗਾ ਵੀ ਆਹ ਕਵਿਤਾਵਾਂ ਰੂਹਾਨੀਅਤ ਤੇ ਕਿਰਸਾਨੀ ਨਾਲ ਸੰਬੰਧਿਤ ਆ। ਜਿਹਦੀ ਦਿਲਚਸਪੀ ਹੈ ਤੇ ਪੜ੍ਹ ਲਏਗਾ, ਜੀ ਜੀ। ਨਹੀਂ ਦਿਲਚਸਪੀ ਹੋਏਗੀ ਨਹੀਂ ਪੜ੍ਹੇਗਾ। ਇਸ ਦਾ ਦੂਜਾ ਭਾਗ ਲੋਕ ਤੱਥ ਹੈ ਇਹਦਾ ਜੀ। ਤੇ ਜੇ ਲੋਕ ਤੱਥਾਂ 'ਚ ਇੰਟਰਸਟ ਹੋਏਗਾ, ਕਿਸੇ ਦਾ ਦਿਲਚਸਪੀ ਹੋਏਗੀ, ਜਿਸ ਤਰ੍ਹਾਂ ਪੇਂਡੂ ਤਰਕੀਬਾਂ ਨੇ, ਮੇਰੇ ਪਿੰਡ ਦਾ ਨਕਸ਼ਾ ਹੈ, ਇਹਦੇ 'ਚ ਕੁਦਰਤ ਦਾ ਕੁਝ, ਸਮੇਂ ਦਾ ਤਕਾਜ਼ਾ ਹੈ, ਲੋਕ ਤੱਥ ਨੇ, ਹਕੀਕਤ ਆ, ਖੁਦਕਸ਼ੀਆਂ ਕਰ ਰਹੇ ਮਨੁੱਖਾਂ ਦੇ ਨਾਂ, ਬੰਦੇ ਦੀ ਫਿਤਰਤ, ਇਹ ਲੋਕ ਤੱਥ ਇਹਦੇ 'ਚ ਰੱਖੇ ਨੇ। ਇਸ ਦਾ ਤੀਜਾ ਪੱਖ ਹੈ ਲੋਕ ਬਨਾਮ ਹਾਕਮ ਜੀ। ਲੋਕਾਂ ਦੀਆਂ ਸਮੱਸਿਆਵਾਂ, ਹਾਕਮਾਂ ਦੀ ਕਾਰਗੁਜ਼ਾਰੀ, ਜੋ ਕੁਝ ਚੱਲ ਰਿਹਾ ਸਿਆਸਤ ਦੇ ਪਲੇਟਫਾਰਮ ਤੇ, ਇਹ ਉਹਨਾਂ ਸੰਬੰਧਿਤ ਆ। ਚੌਥਾ ਭਾਗ ਰੱਖਿਆ ਜੀ ਪ੍ਰੇਮ ਪਿਆਰ, ਗ੍ਰਿਸ਼ਤੀ ਤੇ ਨੋਕ ਝੋਕ ਜੀ। ਕਿਉਂਕਿ ਜੇ ਸਾਡੀ ਜ਼ਿੰਦਗੀ 'ਚ ਪ੍ਰੇਮ ਪਿਆਰ ਜਾਂ ਗ੍ਰਿਸ਼ਤ ਨਹੀਂ ਹੈਗਾ ਤੇ ਸਮਾਜ ਹੀ ਨਹੀਂ ਹੈਗਾ ਜੀ। ਇਹਦੇ ਤੇ ਸਾਰੀਆਂ ਇਹਦੇ ਵਿਸ਼ੇ ਦੀਆਂ ਗੱਲਾਂ ਨੇ। ਇਹਦੇ 'ਚ ਕੁਝ ਖੱਟੀਆਂ ਵੀ ਨੇ, ਕੁਝ ਮਿੱਠੀਆਂ ਵੀ ਨੇ, ਕੁਝ ਕੌੜੀਆਂ ਵੀ ਨੇ ਜੀ। ਤੇ ਇਸੇ ਤਰ੍ਹਾਂ ਪੰਜਵਾਂ ਭਾਗ ਜਿਹੜਾ ਇਹਦਾ ਜੀ ਉਹ ਮਨ ਦੇ ਵਹਿਣ ਆ ਜੀ। ਵੀ ਉੱਠੀ ਦਾ ਮਨ ਤੁਰ ਪਿਆ, ਪਤਾ ਨਹੀਂ ਕਿੱਧਰ ਨੂੰ ਵਹਿ ਗਿਆ ਜੀ। ਕੋਸ਼ਿਸ਼ ਹੁੰਦੀ ਹੈ ਕਿ ਸ਼ਾਮ ਤੱਕ ਇਕਾਗਰ ਚਿੱਤ ਹੋ ਕੇ ਨਿਤਨੇਮ ਕਰਕੇ ਬੈਠਣ ਤੋਂ ਪਹਿਲਾਂ ਕੁਝ ਲਿਖਿਆ ਜਾਵੇ। ਜੋ ਲਿਖ ਲਈਏ ਤਾਂ ਮਨ ਬਿਲਕੁਲ ਸੰਤੁਲਿਤ ਹੋ ਜਾਂਦਾ ਤੇ ਨੀਂਦ ਬੜੀ ਅੱਛੀ ਹੁੰਦੀ ਹੈ। ਗੋਲੀ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਜੀ। ਜਾਂ ਪੜ੍ਹਦਿਆਂ ਸੌਂ ਜਾਓ ਜਾਂ ਲਿਖ ਕੇ ਸੌਂ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਦਰਸ਼ਕਾਂ ਨੂੰ ਮਿਲਾਵਾਂਗੇ ਇੱਕ ਖਾਸ ਸ਼ਖਸੀਅਤ ਦੇ ਨਾਲ, ਜਿਹੜੇ ਕਿ ਗੰਨਾ ਸਲਾਹਕਾਰ ਵੀ ਪੰਜਾਬ ਸਰਕਾਰ ਦੇ ਰਹੇ ਨੇ ਤੇ ਨਾਲ ਖੇਤੀ ਵਿਗਿਆਨੀ ਵੀ ਨੇ ਤੇ ਨਾਲ ਸਾਹਿਤਕ ਸ਼ਖਸੀਅਤ ਵੀ ਨੇ ਤੇ ਨਾਲ ਸਮਾਜ ਸੇਵਾ ਦਾ ਕਾਰਜ ਵੀ ਕਰਦੇ ਨੇ। ਸੋ ਇੰਨੇ ਕਾਰਜ ਕਰਨ ਦੇ ਬਾਵਜੂਦ ਵੀ ਲਿਖਣ ਵਾਸਤੇ ਸਮਾਂ ਜਿਹੜਾ ਆ ਉਹ ਕੱਢ ਲੈਂਦੇ ਨੇ ਤੇ ਬੜਾ ਸੁੰਦਰ ਜਿਹੜਾ ਆ ਉਹ ਲਿਖਦੇ ਨੇ। ਤੁਸੀਂ ਦਰਸ਼ਕ ਸਾਰੇ ਉਹਨਾਂ ਨੂੰ ਜਾਣਦੇ ਹੋ। ਉਹਨਾਂ ਦੀ ਪੁਸਤਕ ਵਲਵਲੇ ਭਾਗ ਪਹਿਲਾ ਜਿਹੜੀ ਆਈ ਸੀ ਉਦੋਂ ਵੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਇਆ ਸੀਗਾ ਤੇ ਹੁਣ ਇੱਕ ਵਾਰ ਫਿਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਵਾਂਗੇ, ਜਿਹੜੇ ਕਿ ਬੜੇ ਸੁੰਦਰ ਸ਼ੈਲੀ ਦੇ ਵਿੱਚ ਲਿਖਦੇ ਨੇ ਤੇ ਆਪਣੇ ਮਨ ਦੇ ਭਾਵ ਜਿਹੜੇ ਆ ਉਹ ਕਾਗਜ਼ ਦੇ ਉੱਤੇ ਉਕਰ ਕੇ ਕਿਤਾਬ ਦੇ ਰਾਹੀਂ ਫਿਰ ਇੱਕ ਵਾਰ ਦਰਸ਼ਕਾਂ ਦੇ ਸਾਹਮਣੇ, ਪਾਠਕਾਂ ਦੇ ਸਾਹਮਣੇ ਜਿਹੜਾ ਆ ਉਹ ਲੈ ਕੇ ਆਏ ਨੇ। ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਕਪਾਲ ਸਿੰਘ ਜੀ ਕਾਲੋਂ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਕਾਲੋਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲੋਂ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਜੀ। ਕਾਲੋਂ ਸਾਹਿਬ, ਵਲਵਲੇ ਭਾਗ ਪਹਿਲਾ ਆਇਆ ਸੀਗਾ ਤੇ ਉਦੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਦਰਸ਼ਕਾਂ ਦੇ ਰੂਬਰੂ ਕਰਵਾਇਆ ਸੀਗਾ। ਤੇ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਬਹੁਤ ਸਾਰੇ ਕਾਰਜ ਜਿਹੜੇ ਆ ਉਹ ਕਰਦੇ ਹੋ, ਪਰ ਫਿਰ ਵੀ ਲਿਖਣ ਵਾਸਤੇ ਸਮਾਂ ਕੱਢਣਾ ਜਾਂ ਇਸ ਚੀਜ਼ ਦਾ ਸ਼ੌਂਕ ਜਿਹੜਾ ਆ ਉਹ ਪੈਣਾ, ਇਹ ਕਿਵੇਂ ਸ਼ੁਰੂਆਤ ਹੋਈ ਲਿਖਣ ਦੀ? ਗਿੱਲ ਸਾਹਿਬ, ਜਦੋਂ ਸਕੂਲ ਪੜ੍ਹਦਾ ਸੀ ਜੀ ਤਾਂ ਸਕੂਲ ਦੇ ਪਾਠਕ੍ਰਮ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਪੜ੍ਹਨੀਆਂ ਜੀ, ਇਤਿਹਾਸ ਦੀਆਂ ਗੱਲਾਂ ਵੀ ਪੜ੍ਹਨੀਆਂ, ਲੇਕਿਨ ਸਾਡੇ ਸਿਲੇਬਸ ਦੇ ਵਿੱਚ ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੀਰਤਨ ਸੋਹਲਾ ਵੀ ਸ਼ਾਮਿਲ ਸੀ ਜੀ। ਤੇ ਜਦੋਂ ਉਹਨੂੰ ਪੜ੍ਹਨਾ ਤੇ ਬੜਾ ਮਿੱਠਾ ਲੱਗਣਾ ਜੀ। ਤੇ ਕਰਦਿਆਂ ਸੋਚ ਆਈ ਵੀ ਗੁਰੂ ਨਾਨਕ ਸਾਹਿਬ
ਨੂੰ ਲਿਖਣ ਦੀ ਕੀ ਲੋੜ ਪੈ ਗਈ, ਉਹਨਾਂ ਨੇ ਕਿਉਂ ਲਿਖਿਆ ਜੀ। ਇੱਥੋਂ ਵਿਚਾਰ ਚੱਲਿਆ ਤੇ ਮੈਂ ਉਹਨਾਂ ਦੀ ਸਾਰੀ ਜੀਵਨੀ ਦੇ ਨਾਲ ਜੁੜ ਗਿਆ ਜੀ। ਉਹ ਸਾਰੀਆਂ ਕਹਾਣੀਆਂ ਪਾਂਦੇ ਕੋ ਪੜ੍ਹਨ ਗਏ ਆ, ਨਹੀਂ ਪੜ੍ਹਿਆ, ਉਹਨਾਂ ਭਾਸ਼ਾਵਾਂ ਸਿੱਖ ਲਈਆਂ, ਦੁਨੀਆ ਤੇ ਕਿਤਨਾ ਭਰਮਣ ਕੀਤਾ, ਇੰਨੇ ਦੇਸ਼ਾਂ 'ਚ ਗਏ। ਤੇ ਫਿਰ ਮੇਰੇ ਮਨ 'ਚ ਆਇਆ ਵੀ ਜਿਹੜਾ ਲਿਖੀ ਹੋਈ ਚੀਜ਼ ਆ ਇਹਦੀ ਸਾਂਝ ਲੋਕਾਂ ਨਾਲ ਬਹੁਤ ਲੰਮੇਰਾ ਚਿਰ ਪੈਂਦੀ ਆ ਜੀ। ਆਪਾਂ ਕਿਸੇ ਨੂੰ ਬੋਲ ਕੇ ਗੱਲ ਕਹਿ ਦੇਵਾਂਗੇ ਥੋੜ੍ਹੇ ਚਿਰ ਨੂੰ ਭੁੱਲ ਜਾਂਦੀ ਹੈ। ਬਿਲਕੁਲ। ਜੇ ਲਿਖੀ ਹੋਈ ਚੀਜ਼ ਕਿਤੇ ਪਈ ਹੈ, ਬੇਸ਼ੱਕ ਤੁਸੀਂ ਨਾਮ ਹੀ ਛਪਾਈ ਹੋਵੇ, ਉਹ ਕਿਤੇ ਨਾ ਕਿਤੇ ਉਹ ਤੁਰੀ ਰਹਿੰਦੀ ਹੈ। ਬਿਲਕੁਲ। ਤੇ ਮੈਨੂੰ ਉਹ ਗੱਲ ਅੱਛੀ ਲੱਗੀ ਕਿ ਲਿਖਣਾ ਵੀ ਬੰਦੇ ਨੂੰ ਚਾਹੀਦਾ। ਤੇ ਜਦੋਂ ਫਿਰ ਦੂਸਰਾ ਪੱਖ ਉਹਦਾ ਇਹ ਆ ਗਿਆ ਕਿ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਵੀ ਲਿਖਣ ਨਾਲ ਦਿਮਾਗ ਨੂੰ ਰਾਹਤ ਮਿਲਦੀ ਹੈ। ਜੀ ਜੀ। ਦਿਮਾਗ ਜਿਹੜਾ ਵਾ ਇਹ ਮਤਲਬ ਸੁਚੇਤ ਹੋ ਜਾਂਦਾ ਵਾ ਜ਼ਿਆਦਾ ਜੀ। ਤੇ ਇਸ ਕਰਕੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਜੀ। ਤੇ ਕਾਲਜ ਦੇ ਵਿੱਚ ਜਦੋਂ ਮੈਂ ਆਇਆ ਵਾਂ ਤੇ ਕਾਲਜ ਦੇ ਵਿੱਚ ਮੈਗਜ਼ੀਨ ਹੁੰਦਾ ਸੀ ਦਰਬਾਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਜੀ। ਉਹਦੇ 'ਚ ਮੈਂ ਇੱਕ ਕਹਾਣੀ ਲਿਖੀ, ਚਿੰਤਾ ਤਾਂ ਕੀ ਕੀਜੀਏ ਜੀ। ਇਹ ਉਹਦਾ ਟਾਈਟਲ ਸੀਗਾ ਜੀ। ਇਹ ਵੀ ਬੜਾ ਵਿਲੱਖਣ ਸੀ ਕਿਉਂਕਿ ਉਦੋਂ ਲੋਕੀ ਕਹਾਣੀਆਂ ਦੇ ਟਾਈਟਲ ਬੜੇ ਵਧੀਆ ਜਿਹੇ ਤਰੀਕੇ ਦੇ ਰੱਖਦੇ ਹੁੰਦੇ ਸੀ, ਇੱਕ ਸੋਹਣੇ ਲੱਗਣ ਜੀ, ਪ੍ਰੇਮ ਪ੍ਰਸੰਗ ਵਾਲੇ, ਦੂਜੇ ਤੀਜੇ ਬਿਰਹੋਂ ਵਾਲੇ, ਤੇ ਮੈਂ ਗੁਰਬਾਣੀ ਤੇ ਰੱਖਿਆ ਜੀ। ਤੇ ਉਹ ਬੜੀ ਮੇਰੀ ਐਪਰੀਸ਼ੀਏਸ਼ਨ ਹੋਈ, ਉਹਨੇ ਮੇਰਾ ਦਿਲ ਵਧਾਇਆ। ਹਾਂਜੀ। ਤੇ ਇੱਥੋਂ ਇਹ ਮੇਰਾ ਕਾਰਜ ਜਿਹੜਾ ਸ਼ੁਰੂ ਹੋਇਆ ਮੈਂ ਮੰਨਦਾ। ਤੇ ਇੱਕ ਮੈਂ ਗਜ਼ਲ ਲਿਖੀ ਸੀ ਜੀ, ਤੇ ਉਹ ਮੇਰੀ ਗਜ਼ਲ ਜਿਹੜੀ ਸੀ ਤਸਵੀਰ ਮੈਗਜ਼ੀਨ ਛਪਦਾ ਹੁੰਦਾ ਸੀ ਅਜੀਤ ਅਖਬਾਰ ਵਾਲਿਆਂ ਦਾ ਜੀ, ਉਹਦੇ ਵਿੱਚ ਛਪ ਗਈ ਜੀ। ਤੇ ਇੱਥੋਂ ਮੇਰੇ ਮਨ ਦੀ ਪ੍ਰੇਰਨਾ ਜਿਹੜੀ ਉਹ ਬਣੀ ਰਹੀ ਜੀ। ਜੀ। ਡਾਕਟਰ ਸਾਹਿਬ, ਕਿਤਾਬ ਫੋਲਦਿਆਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਹੈ, ਪਰ ਉਹ ਪੁੱਛਣ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਫਿਰ ਜਦੋਂ ਕਿਸੇ ਅਖਬਾਰ ਦੇ ਵਿੱਚ ਜਾਂ ਮੈਗਜ਼ੀਨ ਦੇ ਵਿੱਚ ਤੁਹਾਡੀ ਕਵਿਤਾ ਛਪੀ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ, ਤੇ ਕਿਹੜੇ ਮੈਗਜ਼ੀਨ ਦੇ ਵਿੱਚ ਛਪੀ ਸੀਗੀ ਕਵਿਤਾ? ਇੱਕ ਤਾਂ ਮੈਂ ਦੱਸਿਆ ਜਿਹੜੀ ਕਹਾਣੀ ਸੀ ਮੇਰੀ ਉਹ ਖਾਲਸਾ ਕਾਲਜ ਅੰਮ੍ਰਿਤਸਰ ਦਾ ਦਰਬਾਰ ਮੈਗਜ਼ੀਨ ਸੀ ਜੀ, ਉਹ 'ਚ ਛਪੀ ਸੀ ਜੀ। ਤੇ ਮੇਰੀ ਗਜ਼ਲ ਵੀ ਉਹ 'ਚ ਛਪੀ ਸੀ। ਨਾਲ ਇੱਕ ਤਸਵੀਰ ਮੈਗਜ਼ੀਨ ਚੱਲਦਾ ਸੀ ਅਜੀਤ ਸਮੂਹ ਵਾਲਿਆਂ ਦੇ ਅਖਬਾਰ ਜੀ ਜੀ, ਉਹਦੇ ਵਿੱਚ ਛਪੀ ਸੀ। ਤੇ ਉੱਥੋਂ ਪ੍ਰੇਰਨਾ ਬਣੀ। ਲੇਕਿਨ ਕਿਉਂਕਿ ਅਸੀਂ ਖੇਤੀਬਾੜੀ ਵਿਸ਼ੇ ਨਾਲ ਸੰਬੰਧਿਤ ਸੀ, ਹਾਂਜੀ, ਸਾਡੀ ਪੜ੍ਹਾਈ ਸਾਇੰਸ ਨਾਲ ਸੰਬੰਧਿਤ ਸੀ, ਪੀਰੀਅਡ ਬਹੁਤ ਹੁੰਦੇ ਸੀ, ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੜ੍ਹਾਈ ਦਾ ਪੀਰੀਅਡ ਹੁੰਦੇ ਸੀ ਤੇ ਲਿਖਣ ਲਈ ਸਮਾਂ ਬੜਾ ਘੱਟ ਮਿਲਦਾ। ਬਿਲਕੁਲ। ਖਾਲਸਾ ਕਾਲਜ ਦੇ ਵਿੱਚ ਛਪਣ ਵਾਲਾ ਮੈਗਜ਼ੀਨ ਦਰਬਾਰ ਜਿਹੜਾ, ਉਹਨੇ ਬਹੁਤ ਸਾਰੇ ਕਵੀ ਜਿਹੜੇ ਉਹ ਪੈਦਾ ਕੀਤੇ, ਕਿਉਂਕਿ ਪਹਿਲੇ ਦੌਰ ਦੇ ਵਿੱਚ ਜਦੋਂ ਅਸੀਂ ਵੀ ਖਾਲਸਾ ਕਾਲਜ ਪੜ੍ਹਦੇ ਰਹੇ ਹਾਂ ਉਦੋਂ ਸਾਨੂੰ ਵੀ ਪ੍ਰੋਫੈਸਰਸ ਜਿਹੜੇ ਆ ਉਹ ਕਹਿੰਦੇ ਹੁੰਦੇ ਸੀਗੇ ਕਿ ਕੋਈ ਨਾ ਕੋਈ ਜੇਕਰ ਕੁਛ ਲਿਖਦਾ ਆ ਤਾਂ ਜ਼ਰੂਰ ਜਿਹੜਾ ਸਾਨੂੰ ਦਿਖਾਓ, ਅਸੀਂ ਇਹਦੇ ਵਿੱਚ ਛਪਾਵਾਂਗੇ। ਉਹ ਵੀ ਬੜੀ ਹੌਸਲਾ ਅਫਜ਼ਾਈ ਹੋ ਜਾਂਦੀ ਆ। ਤੁਹਾਡੀ ਕਿਤਾਬ ਵਲਵਲੇ 2 ਜਿਹੜੀ ਆ ਭਾਗ ਦੂਜਾ ਆਇਆ ਵਾ, ਇਹਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਸਮਰਪਿਤ ਤੁਸੀਂ ਜਿਹੜੀ ਆ ਉਹ ਆਪਣੀ ਪੋਤਰੀ ਪ੍ਰਭਨਾਜ ਦੀ ਮੁਸਕਰਾਹਟ ਨੂੰ ਕੀਤੀ ਆ। ਜ਼ਿਆਦਾਤਰ ਜਿਹੜਾ ਆ ਉਹ ਦੇਖਣ ਦੇ ਵਿੱਚ ਇਹ ਆਉਂਦਾ ਆ ਕਿ ਕਿਸੇ ਹੋਰ ਸ਼ਖਸੀਅਤ ਨੂੰ ਜਾਂ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਵੱਡੇ ਨੂੰ ਸਮਰਪਿਤ ਕੀਤੀ ਜਾਂਦੀ, ਪਰ ਖਾਸ ਵਜ੍ਹਾ ਜਿਹੜੀ ਆ ਉਹ ਆਪਣੀ ਪੋਤਰੀ ਨੂੰ ਇਹ ਕਿਤਾਬ ਸਮਰਪਿਤ ਕਰਨ ਦੀ। ਗਿੱਲ ਸਾਹਿਬ, ਮੈਂ ਇਹ ਦਰਸ਼ਕਾਂ ਨੂੰ ਦਿਖਾ ਕੇ ਇਹੀ ਚਾਹਾਂਗਾ ਜੀ ਵੀ ਇਹ ਮੇਰੀ ਪੋਤਰੀ ਆ ਤੇ ਇਹਦੀ ਮਿੱਠੀ ਮੁਸਕਰਾਹਟ ਨੂੰ ਮੈਂ ਜੀ ਇਹ ਸਮਰਪਿਤ ਕੀਤੀ ਆ। ਤੇ ਸ਼ਾਇਦ ਦਰਸ਼ਕ ਵੀ ਸਮਝ ਸਕਣਗੇ ਕਿ ਮੁਸਕਰਾਹਟ ਵਾਕਿਆ ਹੀ ਬੜੀ ਮਿੱਠੀ ਹੈ। ਜੀ ਜੀ ਜੀ। ਇਹ 5 ਸਾਲ ਦੀ ਹੈ ਤੇ ਜਦੋਂ ਮੈਨੂੰ ਮਿਲਦੀ ਹੈ ਨਾ ਤੇ ਇਸੇ ਤਰ੍ਹਾਂ ਹੀ ਪਿਆਰ ਨਾਲ ਮਿਲਦੀ, ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਮਿਲਦੀ ਹੈ ਜੀ। ਤੇ ਦੂਸਰੀ ਗੱਲ ਇਹ ਸੀ ਵੀ ਮੇਰੇ ਪਰਿਵਾਰ ਦਾ ਜਿਹੜਾ ਵਾਧਾ ਹੋਇਆ ਉਹਦੇ 'ਚ ਮੇਰੀਆਂ 2 ਪੋਤਰੀਆਂ ਨੇ ਜੀ। ਤੇ ਦੂਸਰੀ ਪੋਤਰੀ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਅਫਸੋਸ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਕੀ ਹੋ ਗਿਆ, ਕੋਈ ਰੱਬ ਚੰਗੀ ਚੀਜ਼ ਦਿੰਦਾ। ਬਿਲਕੁਲ, ਜਿੱਦਾਂ ਸਮਾਜ ਵਿੱਚ ਚੱਲਦਾ ਹੈ। ਤੇ ਮੈਂ ਉਹਨਾਂ ਸਭ ਨੂੰ ਮਨਾ ਕੀਤਾ ਵੀ ਮੈਨੂੰ ਰੱਬ ਨੇ ਬਹੁਤ ਚੰਗੀ ਚੀਜ਼ ਦਿੱਤੀ ਆ, ਇਹਦੇ ਹੱਥ ਪੈਰ ਪੂਰੇ ਨੇ, ਅੰਗ ਪੂਰੇ ਨੇ, ਸੋਹਣੀ ਸੁਨੱਖੀ ਆ, ਇਹਦੀ ਕਿਸਮਤ ਰੱਬ ਨੇ ਲਿਖ ਕੇ ਭੇਜੀ ਆ। ਤੇ ਮੈਨੂੰ ਇਹ ਬੜਾ ਅੱਛਾ ਲੱਗਾ ਔਰ ਮੈਂ ਸਾਰਿਆਂ ਨੂੰ ਲੱਡੂਆਂ ਦੇ ਡੱਬਿਆਂ ਨਾਲ ਮਤਲਬ ਦੇ ਕੇ ਵਧਾਈ ਦੇ ਕੇ ਤੋਰਿਆ ਸੀ ਜੀ। ਤੇ ਮੈਂ ਬੱਚੀਆਂ ਨੂੰ ਪਿਆਰ ਕਰਦਾ, ਮੈਂ ਹਮੇਸ਼ਾ ਔਰਤ ਪ੍ਰਤੀ ਬਹੁਤ ਕੁਝ ਲਿਖਿਆ ਵਾ। ਸੋ ਇਸ ਤਰ੍ਹਾਂ ਕਰਕੇ ਮੈਂ ਕੋਸ਼ਿਸ਼ ਕੀਤੀ ਇੱਕ ਸਮਾਜ ਨੂੰ ਸੁਨੇਹਾ ਦੇਣ ਦੀ ਵੀ ਜਿਹੜੇ ਸਾਡੇ ਬੱਚੇ ਨੇ, ਖਾਸ ਤੌਰ 'ਤੇ ਲੜਕੀਆਂ ਵਾ, ਬਿਲਕੁਲ ਇਹਨਾਂ ਦੀ ਗੱਲ ਦਾ ਸੁਨੇਹਾ ਦੂਰ ਤੱਕ ਜਾਣਾ ਚਾਹੀਦਾ। ਜੇ ਇਹ ਨਹੀਂ ਹੈ ਤਾਂ ਚੰਗਾ ਸਮਾਜ ਨਹੀਂ ਸਿਰਜਿਆ ਜਾ ਸਕਦਾ। ਬਿਲਕੁਲ। ਡਾਕਟਰ ਸਾਹਿਬ, ਹਮੇਸ਼ਾ ਹੀ ਜਦੋਂ ਕੋਈ ਕਵੀ, ਕੋਈ ਸਾਹਿਤਕ ਸ਼ਖਸੀਅਤ ਕੁਛ ਨਾ ਕੁਛ ਲਿਖਦੀ ਆ, ਕੁਛ ਨਾ ਕੁਛ ਉਕਰਦੀ ਆ, ਤਾਂ ਇੱਕ ਚੀਜ਼ ਦੀ ਗੱਲ ਕੀਤੀ ਜਾਂਦੀ ਹੈ, ਕਿਸੇ ਵਿਸ਼ੇ ਦੀ, ਕਿਸੇ ਚੀਜ਼ ਦੇ ਅਗੇਂਸਟ, ਜਾਂ ਇਵੇਂ ਦੀ ਇੱਕ ਲਹਿਰ ਜਿਹੜੀ ਆ ਉਹ ਹੁੰਦੀ ਆ। ਤੁਸੀਂ ਹੁਣ ਤੱਕ ਕਿਹੜੇ ਵਿਸ਼ਿਆਂ ਦੇ ਉੱਤੇ ਲਿਖਿਆ ਆ? ਡਾਕਟਰ ਸਾਹਿਬ, ਗਿੱਲ ਸਾਹਿਬ, ਮੇਰੀਆਂ ਨਾ 4 ਕਿਤਾਬਾਂ ਹੁਣ ਤੱਕ ਪਬਲਿਸ਼ ਹੋਈਆਂ ਜੀ।
ਦੋ ਤੇ ਕਾਵਕ ਨੇ ਜੀ ਜਿਨ੍ਹਾਂ ਦਾ ਜ਼ਿਕਰ ਆਪ ਜੀ ਕਰ ਰਹੇ ਹੋ, ਵਲਵਲੇ 1 ਤੇ ਵਲਵਲੇ 2। ਉਸ ਤੋਂ ਇਲਾਵਾ 2 ਕਿਤਾਬਾਂ ਮੇਰੀਆਂ ਹੋਰ ਨੇ ਜੀ। ਇਹ ਕਿਤਾਬ ਗੰਨੇ ਦੀ ਕਾਸ਼ਤ ਆ ਜੀ। ਟ੍ਰੈਂਚ ਵਿਧੀ ਦੀ ਖੋਜ ਵਿਕਾਸ ਤੇ ਤਕਨੀਕ ਜੀ। ਇਹ ਪ੍ਰਮਾਤਮਾ ਨੇ ਮੈਨੂੰ ਸੋਝੀ ਦੇ ਕੇ ਮੇਰੇ ਕੋਲ ਖੋਜ ਕਰਵਾਈ ਆ ਔਰ ਸਾਰੀ ਦੁਨੀਆ ਤੇ ਇਹ ਖੋਜ ਚੱਲ ਰਹੀ ਆ। ਜੀ ਜੀ ਜੀ। ਇਹ ਖੋਜ ਕਿਸੇ ਹੋਰ ਨੇ ਨਹੀਂ ਕੀਤੀ। ਅੱਛਾ ਜੀ। ਪਰ ਇਹਦੇ ਤੇ ਕਿਤਾਬ ਮੈਂ ਲਿਖੀ ਹੈ ਸਾਰਾ ਕੁਝ ਜੋ ਪ੍ਰੈਕਟੀਕਲ ਮੈਂ ਹੰਡਾਇਆ 20 ਸਾਲ ਕਿਸ ਤਰ੍ਹਾਂ ਮੈਂ ਇਸ ਤਕਨੀਕ ਨੂੰ ਖੋਜਿਆ, ਕਿਸ ਤਰ੍ਹਾਂ ਵਧਾਇਆ, ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ, ਮਸ਼ੀਨੀਕਰਨ ਕੀਤਾ। ਇਹ ਕਿਤਾਬ ਖੇਤੀ ਵਿਸ਼ੇ ਦੇ ਉੱਤੇ ਹੈ। ਇਸ ਤੋਂ ਇਲਾਵਾ ਆ ਮੇਰੀ ਇੱਕ ਵਾਰਤਕ ਕਿਤਾਬ ਹੈ ਜਿਹੜੀ ਅਜੇ ਰਿਲੀਜ਼ ਨਹੀਂ ਹੋਈ ਜੀ। ਇਹਦਾ ਨਾਮ ਹੈ ਇਹ ਕਹਾਣੀ ਨਹੀਂ ਜੀ। ਤੇ ਦਰਸ਼ਕ ਸਮਝ ਸਕਣਗੇ ਵੀ ਜੇ ਕਹਾਣੀ ਨਹੀਂ ਤੇ ਫਿਰ ਕੀ ਹੈ। ਬਿਲਕੁਲ ਇਹ ਬੁਝਾਰਤ ਰੱਖੀ ਹੋਈ ਹੈ, ਜਿਹੜਾ ਪੜ੍ਹੇਗਾ ਉਹਨੂੰ ਸਮਝ ਆਏਗੀ। ਜੀ ਜੀ। ਲੇਕਿਨ ਇਹ ਵਾਰਤਕ ਕਿਤਾਬ ਹੈ। ਇਹ 4 ਕਿਤਾਬਾਂ ਮੈਂ ਹੁਣ ਤੱਕ ਲਿਖੀਆਂ ਨੇ। ਜੀ ਜੀ। ਤੇ ਅੱਗੇ ਪ੍ਰਮਾਤਮਾ ਦੀ ਜਿਸ ਤਰ੍ਹਾਂ ਇੱਛਾ ਹੋਏਗੀ, ਜਿਸ ਤਰ੍ਹਾਂ ਆਮਦ ਹੋਏਗੀ ਜੀ, ਉਸ ਤਰ੍ਹਾਂ ਹੀ ਕੰਮ ਚੱਲਣਾ ਹੈ। ਜੀ। ਡਾਕਟਰ ਸਾਹਿਬ ਜਿਵੇਂ ਪਹਿਲੀ ਤੁਸੀਂ ਕਿਤਾਬ ਜਿਹੜੀ ਵਲਵਲੇ ਭਾਗ ਪਹਿਲਾ ਜਿਹੜੀ ਲਿਖੀ ਸੀਗੀ ਉਹਦੇ ਵਿੱਚ ਵਿਸ਼ਿਆਂ ਦੀ ਵੰਡ ਕੀਤੀ ਗਈ ਸੀ, ਰੂਹਾਨੀਅਤ, ਕਿਸਾਨੀ, ਕਰੋਨਾ ਕਾਲ, ਗ੍ਰਸਤ ਵਿਗਿਆਨ, ਇਵੇਂ ਤੁਸੀਂ ਉਸ ਦੀ ਵੰਡ ਕੀਤੀ ਸੀ। ਜਿਹੜੀ ਹੁਣ ਵਾਲੀ ਕਿਤਾਬ ਆ ਇਹਦੀ ਵੀ ਵੰਡ ਕੀਤੀ ਗਈ ਆ ਜਾਂ ਇਹ ਸਿੱਧੇ ਤੌਰ ਤੇ ਹੀ ਲਿਖੀ ਗਈ ਆ? ਨਹੀਂ ਗਿੱਲ ਸਾਹਿਬ, ਇਹਦੀ ਵੀ ਵੰਡ ਕੀਤੀ ਹੈ। ਤੇ ਵੰਡ ਕਰਨ ਦਾ ਡਾਕਟਰ ਸਾਹਿਬ ਖਾਸ ਕਾਰਨ? ਮੈਂ ਵੰਡ ਕਰਕੇ ਲਿਖਦਾ ਨਹੀਂ ਜੀ, ਲੇਕਿਨ ਲਿਖ ਕੇ ਵੰਡ ਕਰ ਦਿੰਦਾ ਜੀ। ਉਹਦਾ ਕਾਰਨ ਇਹ ਹੁੰਦਾ ਕਿ ਜਿਸ ਤਰ੍ਹਾਂ ਹੁਣ ਪਹਿਲਾ ਭਾਗ ਹੈ ਕਿਤਾਬ ਦੂਜੇ ਭਾਗ ਦਾ ਕੀਤਾ ਹੈਗਾ ਆਪਾਂ ਵਲਵਲੇ 2 ਦਾ ਜੀ, ਰੂਹਾਨੀਅਤ ਤੇ ਕਿਸਾਨੀ ਜੀ। ਇਹਦਾ ਮਤਲਬ ਪਾਠਕ ਦੇ ਹੱਥ 'ਚ ਕਿਤਾਬ ਹੋਏਗੀ ਤੇ ਉਹਦਾ ਟਾਈਟਲ ਪੜ੍ਹੇਗਾ ਵੀ ਆਹ ਕਵਿਤਾਵਾਂ ਰੂਹਾਨੀਅਤ ਤੇ ਕਿਸਾਨੀ ਨਾਲ ਸੰਬੰਧਿਤ ਆ। ਜਿਹਦੀ ਦਿਲਚਸਪੀ ਹੈ ਤੇ ਪੜ੍ਹ ਲਏਗਾ ਜੀ ਜੀ, ਨਹੀਂ ਦਿਲਚਸਪੀ ਹੋਏਗੀ ਨਹੀਂ ਪੜ੍ਹੇਗਾ। ਇਸ ਦਾ ਦੂਜਾ ਭਾਗ ਲੋਕ ਤੱਥ ਹੈ ਇਹਦਾ ਜੀ। ਤੇ ਜੇ ਲੋਕ ਤੱਥਾਂ 'ਚ ਇੰਟਰਸਟ ਹੋਏਗਾ, ਕਿਸੇ ਦਾ ਦਿਲਚਸਪੀ ਹੋਏਗੀ, ਜਿਸ ਤਰ੍ਹਾਂ ਪੇਂਡੂ ਤਰਕੀਬਾਂ ਨੇ, ਮੇਰੇ ਪਿੰਡ ਦਾ ਨਕਸ਼ਾ ਹੈ ਇਹਦੇ 'ਚ, ਕੁਦਰਤ ਦਾ ਕੁਝ, ਸਮੇਂ ਦਾ ਤਕਾਜ਼ਾ ਹੈ, ਲੋਕ ਤੱਥ ਨੇ, ਹਕੀਕਤ ਆ, ਖੁਦਕਸ਼ੀਆਂ ਕਰ ਰਹੇ ਮਨੁੱਖਾਂ ਦੇ ਨਾਂ, ਬੰਦੇ ਦੀ ਫਿਤਰਤ, ਇਹ ਲੋਕ ਤੱਥ ਇਹਦੇ 'ਚ ਰੱਖੇ ਨੇ। ਇਸ ਦਾ ਤੀਜਾ ਪੱਖ ਹੈ ਲੋਕ ਬਨਾਮ ਹਾਕਮ ਜੀ। ਲੋਕਾਂ ਦੀਆਂ ਸਮੱਸਿਆਵਾਂ, ਹਾਕਮਾਂ ਦੀ ਕਾਰਗੁਜ਼ਾਰੀ, ਜੋ ਕੁਝ ਚੱਲ ਰਿਹਾ ਸਿਆਸਤ ਦੇ ਪਲੇਟਫਾਰਮ ਤੇ, ਇਹ ਉਹਨਾਂ ਸੰਬੰਧਿਤ ਆ। ਚੌਥਾ ਭਾਗ ਰੱਖਿਆ ਜੀ ਪ੍ਰੇਮ, ਪਿਆਰ, ਗ੍ਰਿਸ਼ਤੀ ਤੇ ਨੋਕ ਝੋਕ ਜੀ। ਕਿਉਂਕਿ ਜੇ ਸਾਡੀ ਜ਼ਿੰਦਗੀ 'ਚ ਪ੍ਰੇਮ, ਪਿਆਰ ਜਾਂ ਗ੍ਰਿਸ਼ਤ ਨਹੀਂ ਹੈਗਾ ਤੇ ਸਮਾਜ ਹੀ ਨਹੀਂ ਹੈਗਾ ਜੀ। ਇਹਦੇ ਤੇ ਸਾਰੀਆਂ ਇਹਦੇ ਵਿਸ਼ੇ ਦੀਆਂ ਗੱਲਾਂ ਨੇ। ਇਹਦੇ 'ਚ ਕੁਝ ਖੱਟੀਆਂ ਵੀ ਨੇ, ਕੁਝ ਮਿੱਠੀਆਂ ਵੀ ਨੇ, ਕੁਝ ਕੌੜੀਆਂ ਵੀ ਨੇ ਜੀ। ਤੇ ਇਸੇ ਤਰ੍ਹਾਂ ਪੰਜਵਾਂ ਭਾਗ ਜਿਹੜਾ ਇਹਦਾ ਜੀ ਉਹ ਮਨ ਦੇ ਵਹਿਣ ਆ ਜੀ। ਵੀ ਉੱਠੀ ਦਾ ਮਨ ਤੁਰ ਪਿਆ, ਪਤਾ ਨਹੀਂ ਕਿੱਧਰ ਨੂੰ ਵਹਿ ਗਿਆ ਜੀ। ਕੋਸ਼ਿਸ਼ ਹੁੰਦੀ ਹੈ ਕਿ ਸ਼ਾਮ ਤੱਕ ਇਕਾਗਰ ਚਿੱਤ ਹੋ ਕੇ ਨਿਤਨੇਮ ਕਰਕੇ ਬੈਠਣ ਤੋਂ ਪਹਿਲਾਂ ਕੁਝ ਲਿਖਿਆ ਜਾਵੇ। ਜੋ ਲਿਖ ਲਈਏ ਤਾਂ ਮਨ ਬਿਲਕੁਲ ਸੰਤੁਲਿਤ ਹੋ ਜਾਂਦਾ ਤੇ ਨੀਂਦ ਬੜੀ ਅੱਛੀ ਹੁੰਦੀ ਹੈ। ਗੋਲੀ ਖਾਣ ਦੀ ਜ਼ਰੂਰਤ ਨਹੀਂ ਪੈਂਦੀ, ਜਾਂ ਪੜ੍ਹਦਿਆਂ ਸੌਂ ਜਾਓ ਜਾਂ ਲਿਖ ਕੇ ਸੌਂ ਜਾਓ। ਤੇ ਮੇਰੇ ਮਨ ਦੀ ਕੋਈ ਅੰਦਰ ਦੀ ਤਲਬ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਜੇ ਮੈਂ ਦਿਨੇ ਨਹੀਂ ਲਿਖ ਸਕਿਆ ਨਾ ਤੇ ਮੈਂ ਰਾਤ ਨੂੰ ਲਿਖਣਾ ਜੀ। ਜੇ ਰਾਤ ਵੀ ਲਿਖ ਕੇ ਨਹੀਂ ਸੌਂ ਸਕਿਆ ਤੇ ਜਦੋਂ ਆਮਦ ਹੋ ਗਈ ਮੈਂ ਉੱਠ ਕੇ ਉਸ ਵੇਲੇ ਲਿਖਣ ਡੈ ਪੈਣਾ। ਤੇ ਕਈ ਵਾਰ ਮੇਰੇ ਘਰ ਵਾਲੀ ਮੈਨੂੰ ਕਹਿ ਦਿੰਦੀ ਹੈ ਵੀ ਅੱਧੀ ਰਾਤ ਨੂੰ ਉੱਠ ਕੇ ਲਿਖਣ ਡਿਓ। ਮੈਂ ਕਿਹਾ ਮੁੜ ਕੇ ਭੁੱਲ ਜਾਣਾ। ਬਿਲਕੁਲ। ਸੋ ਇਹਦੇ 5 ਭਾਗ ਰੱਖੇ ਨੇ ਜੀ ਇਸ ਕਿਤਾਬ ਦੇ ਵੀ ਜੀ। ਤੇ ਇਹ ਬਾਹਰਲੇ 5 ਚੱਕਰ ਵੀ ਉਹਦੀ ਇੱਕ ਕਹਿ ਲਓ ਵੀ ਸਿੰਬਲ ਨੇ ਉਸ ਚੀਜ਼ ਦਾ ਜੀ 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 ਜੀ। ਡਾਕਟਰ ਸਾਹਿਬ ਮੈਂ ਚਾਹੂੰਗਾ ਕਿ ਦਰਸ਼ਕਾਂ ਦੇ ਨਾਲ ਅਸੀਂ ਕਿਤਾਬ ਦੀ ਗੱਲ ਕੀਤੀ ਆ, ਜਿਹੜੀ ਵੰਡ ਕੀਤੀ ਗਈ ਆ ਉਹਦੇ ਵਿੱਚ ਵਿਸ਼ਿਆਂ ਦੀ ਉਹ ਵੀ ਗੱਲ ਕੀਤੀ ਆ, ਤੇ ਕੁਝ ਨਾ ਕੁਝ ਜਿਹੜਾ ਆ ਜ਼ਰੂਰ ਅਸੀਂ ਜਿਹੜਾ ਦਰਸ਼ਕਾਂ ਨੂੰ ਜਿਹੜਾ ਆ ਉਹ ਸੁਣਾਈਏ। ਤੇ ਇਹ ਵੀ ਮੈਂ ਗੁਜ਼ਾਰਿਸ਼ ਕਰੂੰਗਾ ਕਿ ਵਲਵਲੇ 2 ਕਿਤਾਬ ਜਿਹੜੀ ਭਾਗ ਦੂਜਾ ਆਈ ਆ ਡਾਕਟਰ ਗੋਰਖਵਾਲ ਸਿੰਘ ਕਾਲੋ ਹੋਰਾਂ ਦੀ, ਤੁਸੀਂ ਇਹਨੂੰ ਖਰੀਦ ਕੇ ਜਿਹੜਾ ਉਹ ਪੜ੍ਹ ਵੀ ਸਕਦੇ ਹੋ। ਬਹੁਤ ਸੁੰਦਰ ਕਵਿਤਾਵਾਂ, ਬੜੀ ਅੱਛੀ ਸ਼ੈਲੀ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ, ਬੜੇ ਅੱਛੇ ਵਿਸ਼ੇ ਜਿਹੜੇ ਆ ਉਹਨਾਂ ਨੂੰ ਲੈ ਕੇ ਲਿਖੀਆਂ ਗਈਆਂ। ਤੇ ਆਓ ਡਾਕਟਰ ਸਾਹਿਬ ਕੋ ਅਸੀਂ 1-2 ਕਵਿਤਾਵਾਂ ਜਿਹੜੀਆਂ ਉਹ ਸੁਣਦੇ ਵੀ ਹਾਂ ਜੀ। ਡਾਕਟਰ ਸਾਹਿਬ ਗਿੱਲ ਸਾਹਿਬ, ਮੈਂ ਇਸ ਕਿਤਾਬ ਦੀ ਪਹਿਲੀ ਕਵਿਤਾ ਹੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਜੀ। ਇਹਦਾ ਨਾਮ ਲਿਖਿਆ ਨਵਾਂ ਵਰ੍ਹਾ ਮੁਬਾਰਕ ਜੀ। ਨਵੇਂ ਵਰ੍ਹੇ ਦੇ ਬੜੇ ਮੈਸੇਜ ਆਉਂਦੇ ਨੇ, ਬੜੀਆਂ ਗੱਲਾਂ ਸੋਹਣੀਆਂ ਲਿਖੀਆਂ ਹੁੰਦੀਆਂ ਲੇਕਿਨ ਮੇਰੇ ਅੰਦਰ ਦਾ ਸੱਚ ਜਿਹੜਾ ਸੀ ਉਹ ਇਹਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਜੀ। ਨਵਾਂ ਵਰ੍ਹਾ ਉਹਨੂੰ ਹੋਏ ਮੁਬਾਰਕ ਜਿਨ੍ਹੇ ਸੱਚ ਕਮਾਇਆ ਜੀ। ਬਿਲਕੁਲ ਸਿੱਧੀ ਜੀ ਗੱਲ, ਮੇਰੀ ਦੂਜਿਆਂ ਨਾਲ ਸਾਂਝ ਨਹੀਂ ਹੈ। ਬਿਲਕੁਲ। ਉਹਨੂੰ ਕਾਹਦੀ ਕਹਾਂ ਮੁਬਾਰਕ ਜਿਹਨੇ ਝੂਠ ਬੋਲ ਬਿਖ ਖਾਇਆ ਜੀ। ਬਿਖ ਜ਼ਹਿਰ ਨੂੰ ਕਹਿੰਦੇ ਆ। ਬਿਲਕੁਲ। ਹੱਕ ਹਲਾਲ ਦੀ ਜਿਨ੍ਹੇ ਖਾਧੀ ਉਹ ਨਾਨਕ ਦਾ ਪਾਧਾ ਵਾਹ ਜੀ। ਉਹਨੂੰ ਕਾਹਦੀ ਦਵਾ ਵਧਾਈ ਜਿਹਨੇ ਹੱਕ ਬਗਾਨਾ ਖਾਧਾ।
ਜਿਹਦੇ ਦਿਲ ਵਿੱਚ ਦਇਆ ਉਪਜਦੀ ਉਹ ਨਾਨਕ ਦਾ ਰਾਹੀ ਜੀ। ਮਨ ਕਰਖਤ ਤੇ ਕੌੜਾ ਬੋਲੇ ਕਿ ਉਹਨੂੰ ਦਵਾਂ ਵਧਾਈ। ਸ਼ਬਦ ਗੁਰੂ ਦਾ ਚੇਲਾ ਬਣ ਕੇ ਜੋ ਜੋ ਸ਼ਬਦ ਕਮਾਉਂਦਾ ਜੀ, ਉਹ ਮੇਰਾ ਸੱਜਣ ਬੇਲੀ ਜਿਹੜਾ ਧਰਮ ਪਕਾਉਂਦਾ। ਬਿਲਕੁਲ ਧੀ ਭੈਣ ਦੀ ਜੋ ਇੱਜ਼ਤ ਕਰਦਾ ਵੱਡਿਆਂ ਤੋਂ ਲਵੇਂ ਅਸੀਸਾਂ ਜੀ, ਉਹ ਰੱਬ ਦਾ ਅਸਲ ਪੁਜਾਰੀ ਉਹ ਬਣੇ ਪਾਤਰ ਬਖਸ਼ੀਸ਼ਾਂ। ਬਿਲਕੁਲ ਦੁਰਸਤ। ਰਾਜ ਦੀ ਖਾਤਰ ਭੇਖ ਧਾਰ ਕੇ ਜੋ ਕਰਦੇ ਜ਼ੁਲਮ ਗਰੀਬਾਂ ਤੇ ਫਿੱਟ ਲਾਹਨਤ ਉਸ ਰਾਜੇ ਤੇ ਲਾਹਨਤ ਉਹਨਾਂ ਤਬੀਬਾਂ ਤੇ। ਬਿਲਕੁਲ। ਧਰਮੀ ਰਾਜਾ ਅਣਖੀ ਹੋਵੇ ਨੇਕ ਚੱਲਣ ਵੀ ਹੋਵੇ ਜੀ। ਹੱਸ ਹੱਸ ਕਾਲੋਂ ਦਵੇ ਵਧਾਈਆਂ ਨਾ ਫਿਰ ਰੋਣੇ ਧੋਣੇ। ਸਮਾਜ ਦਾ ਕੁਝ ਸਵਾਰੇ ਨੂੰ ਵਧਾਈ ਦੇਣ ਨੂੰ ਜੀ ਕਰਦਾ। ਬਿਲਕੁਲ ਬਿਲਕੁਲ ਜੀ ਜੀ ਜੀ। ਡਾਕਟਰ ਸਾਹਿਬ ਕੋਈ ਹੋਰ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਬੜੀ ਕਰੀਬ ਹੋਵੇ ਉਹ ਵੀ ਮੈਂ ਚਾਹੂੰਗਾ ਕਿ ਜ਼ਰੂਰ ਦਰਸ਼ਕਾਂ ਦੇ ਨਾਲ ਤੁਸੀਂ ਜਿਹੜੀ ਆ ਉਹ ਸਾਂਝ ਪਾਓ। ਇਹ ਗਿੱਲ ਸਾਹਿਬ ਲਿਖਾਰੀ ਦੇ ਦਿਲ ਦੇ ਕਰੀਬ ਉਹ ਸਾਰੀਆਂ ਰਚਨਾਵਾਂ ਹੁੰਦੀਆਂ ਜੋ ਇਹ ਲਿਖਦਾ ਜੀ। ਤੇ ਮੈਂ ਅਚਨਚੇਤ ਇਹ ਵਰਕਾ ਫੋਲਿਆ ਸਾਹਮਣੇ ਆ ਗਈ ਹੈ। ਫਿਰ ਇਹ ਮੈਂ ਲਿਖੀ ਹੈ ਅਜੋਕੇ ਪਦਾਰਥਵਾਦੀ ਮਨੁੱਖ ਦੇ ਨਾਂ ਜੀ, ਜੋ ਅੱਜ ਸਮਾਜ ਦੀ ਨਵੀਂ ਪੀੜ੍ਹੀ ਕਰ ਰਹੀ ਹੈ। ਹਾਂਜੀ। ਜੋ ਹੋ ਰਿਹਾ ਉਹ ਵਰਤਾਰਾ ਹੈ ਜੀ। ਮੈਂ ਲਿਖਿਆ ਹੈ ਦਿਸ਼ਾਹੀਣ ਜਿਹਾ ਫਿਰਦਾ ਰਹਿਣਾ। ਨੌਜਵਾਨ ਨੂੰ ਸੁਬੋਧਨ ਲੋਕ ਲਿਖਿਆ ਜੀ। ਦਿਸ਼ਾਹੀਣ ਜਿਹਾ ਫਿਰਦਾ ਰਹਿਣਾ ਹਰ ਦਿਨ ਥੋੜਾ ਕਿਰਦਾ ਰਹਿਣਾ। ਕਿਰਦਾ ਲਫ਼ਜ਼ ਬੜਾ ਪੁਰਾਤਨ ਹੈ। ਇਹਦਾ ਮਤਲਬ ਹੁੰਦਾ ਘਟਦਾ। ਜੋ ਨਹੀਂ ਮਿਲਿਆ ਰਹੇ ਲੋਚਦਾ ਜੀ। ਜੋ ਮਿਲਿਆ ਉਹ ਹਿਰਦਾ ਰਹਿਣਾ। ਜੋ ਨਹੀਂ ਮਿਲਿਆ ਉਦੋਂ ਨੂੰ ਦੌੜਿਆ ਜੋ ਮਿਲਿਆ ਉਹਨੂੰ ਵਰਤਦਾ ਨਹੀਂ। ਬਿਲਕੁਲ। ਪਿਆਰ ਦੀ ਭਾਸ਼ਾ ਤੋਂ ਅਣਜਾਣ ਨਫ਼ਰਤ ਦਾ ਕਿਰਦਾਰ ਹੋ ਗਿਆ। ਬਿਨ ਗੱਲੋਂ ਹੀ ਅੱਗ ਉਗਲਦਾ ਨਿੱਕੀ ਨਿੱਕੀ ਗੱਲੋਂ ਵਿਰਦਾ ਰਹਿਣਾ। ਵਿਰਨ ਦਾ ਮਤਲਬ ਹੁੰਦਾ ਲੜਨਾ ਵੇਰਨਾ। ਜੀ। ਵਾਂਗ ਵਸਤੂਆਂ ਵਸਤ ਹੋ ਗਿਆ ਜਜ਼ਬਾਤਾਂ ਦਾ ਬਣ ਵਪਾਰੀ। ਗਿਰਗਟ ਵਾਂਗੂ ਰੰਗ ਬਦਲਦਾ ਗੱਲ ਕਰਕੇ ਫਿਰ ਫਿਰਦਾ ਰਹਿਣਾ। ਬਿਲਕੁਲ। ਕਰ ਲਈ ਗੱਲ ਮੁੱਕਰ ਗਏ ਕਰ ਲਈ ਗੱਲ ਮੁੱਕਰ ਗਏ। ਜੀ ਜੀ ਜੀ। ਸਿਰ ਫਿਰਿਆਂ ਦੀ ਦੁਨੀਆ ਜੀ। ਕਰਮ ਮੁਕੱਦਸ ਕਰਦੇ ਕੁਝ ਨਾ। ਹੁਣ ਕਹਿਣ ਦੀਆਂ ਗੱਲਾਂ ਰਹਿ ਗਈਆਂ ਧਰਮ ਦੀਆਂ। ਧਰਮ ਕਮਾਇਆ ਨਹੀਂ ਜਾ ਰਿਹਾ। ਬਿਲਕੁਲ। ਪਾਪ ਪੁੰਨ ਹੋਈ ਗੱਲ ਕਹਿਣ ਦੀ ਮੁੱਦੇ ਤੋਂ ਅਸਥਿਰਤਾ ਰਹਿਣਾ। ਪਿਆਰਾਂ ਦੇ ਅਹਿਸਾਸ ਨੂੰ ਭੁੱਲਿਆ ਐਵੇਂ ਝੱਖ ਮਾਰਦਾ ਫਿਰਦਾ। ਦੀਨ ਦੁਨੀਆ ਤੋਂ ਬੇਖਬਰਾ ਕਾਲੋਂ ਐਰੇ ਗਹਿਰੇ ਨੂੰ ਮਿਲਦਾ ਰਹਿੰਦਾ। ਰੱਬ ਵੱਲ ਦੀ ਸੋਚ ਨਹੀਂ ਹੈ, ਨੇਕ ਨੀਤੀ ਦੀ ਸੋਚ ਨਹੀਂ ਹੈ, ਰਹਿਮਦਿਲੀ ਦੀ ਸੋਚ ਨਹੀਂ ਹੈ। ਕਦੀ ਲੀਡਰਾਂ ਮਗਰ ਭੱਜੇ ਫਿਰਦੇ ਆ, ਕਦੀ ਕਿਸੇ ਮਗਰ ਭੱਜੇ ਫਿਰਦੇ ਆ। ਫਿਰ ਇਸ ਅਵਸਥਾ ਦੇ ਵਿੱਚ ਸਾਡਾ ਨੌਜਵਾਨ ਇਸ ਵੇਲੇ ਘੁੰਮਿਆ ਫਿਰ ਰਿਹਾ। ਜੀ ਜੀ ਬਿਲਕੁਲ। ਡਾਕਟਰ ਸਾਹਿਬ ਦੀਆਂ ਤੁਸੀਂ ਕਵਿਤਾਵਾਂ ਜਿਹੜੀਆਂ ਉਹ ਸੁਣੀਆਂ ਜਿਹਦੇ ਵਿੱਚ ਰੱਬ ਦੀ ਗੱਲ ਵੀ ਕੀਤੀ ਗਈ ਆ, ਰੂਹਾਨੀਅਤ ਦਾ ਸੁਨੇਹਾ ਤੇ ਨਾਲ ਇੱਕ ਬੜੀ ਪਿਆਰੀ ਸਿੱਖਿਆ ਜਿਹੜੀ ਆ ਉਹ ਵੀ ਦਿੱਤੀ ਗਈ ਆ। ਬਹੁਤੀ ਵਾਰ ਇਹੀ ਹੁੰਦਾ ਵਾ ਕਿ ਜੋ ਕੁਝ ਸਾਡੇ ਕੋਲ ਹੈਗਾ ਆ ਉਸ ਨੂੰ ਅਸੀਂ ਨਹੀਂ ਦੇਖਦੇ। ਜ਼ਿਆਦਾਤਰ ਦੌੜ ਇਹ ਹੁੰਦੀ ਆ ਕਿ ਫਲਾਣੇ ਨੇ ਆਹ ਕਰ ਲਿਆ ਤੇ ਮੈਂ ਆਹ ਕਰਾਂ ਜਾਂ ਇੱਦਾਂ ਕਰਾਂ। ਭੱਜ ਦੌੜ ਜਿਹੜੀ ਆ ਉਹ ਜ਼ਿਆਦਾ ਜਿਹੜੀ ਆ ਉਹ ਰਹਿੰਦੀ ਆ। ਡਾਕਟਰ ਸਾਹਿਬ ਇੱਕ ਕਵਿਤਾ ਮੈਂ ਚਾਹੂੰਗਾ ਕਿ ਹੋਰ ਜਿਹੜੀ ਆ ਉਹ ਤੁਸੀਂ ਦਰਸ਼ਕਾਂ ਦੇ ਰੂਬਰੂ ਕਰੋ। ਹਾਂਜੀ ਲਓ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਰਵਾਇਤ ਸੁਣਾਉਣਾ ਜੀ। ਇਹ ਸਾਡੇ ਸਮਾਜ ਤੇ ਵਾਸਤੇ ਸੁਨੇਹਾ ਜੀ। ਵੰਡੇ ਜਾਣੇ ਸਭ ਖਾਲਾਂ ਬੰਨੇ ਜੀ ਪਰ ਡੰਡੀ ਵੰਡੀ ਜਾਣੀ ਨਹੀਂ। ਪੈਲੀਆਂ ਵੰਡ ਲੈਂਦੇ ਆ, ਬੰਨਾ ਨਹੀਂ ਵੰਡਿਆ ਜਾਂਦਾ। ਜੀ ਜੀ ਜੀ। ਵੰਡੇ ਜਾਣੇ ਸਭ ਖਾਲਾਂ ਬੰਨੇ ਪਰ ਡੰਡੀ ਵੰਡੀ ਜਾਣੀ ਨਹੀਂ ਜੀ। ਵੰਡ ਲੋ ਘਰ ਜ਼ਮੀਨਾਂ ਪਿਓ ਦੀ ਝੰਡੀ ਵੰਡੀ ਜਾਣੀ ਨਹੀਂ। ਪੁੱਤ ਤੇ ਉਸੇ ਪਿਓ ਦੇ ਖਵਾਉਣਾ। ਬਿਲਕੁਲ। ਪਿਓ ਦੀ ਝਿੜਕ ਤੇ ਮਾਂ ਦੇ ਨਿੱਘ ਨੂੰ 10 ਫਿਰ ਕੀਕਣ ਵੰਡਾਂਗੇ ਜੀ। ਔਖੇ ਹੋ ਜਾਂ ਸੌਖੇ ਮਾਂ ਦੀ ਮਮਤਾ ਵੰਡੀ ਜਾਣੀ ਨਹੀਂ ਜੀ। ਬਿਲਕੁਲ। ਲੋਕ ਮਾਂ ਪਿਓ ਵੀ ਵੰਡੀ ਜਾਂਦੇ ਆ, ਮੈਂ ਰੱਖਾਂਗਾ, ਦੂਜਾ ਕਹਿੰਦਾ ਮੈਂ ਰੱਖਾਂਗਾ। ਬਿਲਕੁਲ। ਪਰ ਉਹਦੀ ਮਮਤਾ ਉਹਦਾ ਪਿਆਰ ਜੋ ਉਹਨੇ ਸਾਨੂੰ ਸਰਤਾਜ ਬਣਾਇਆ, ਸਾਡੇ ਸਿੱਧੇ ਪੱਗ ਦਿੱਤੀ ਆ, ਉਹਨਾਂ ਨੂੰ ਨਹੀਂ ਵੰਡ ਸਕਦੇ। ਹਾਂਜੀ ਜੀ ਜੀ। ਤੇ ਗਿੱਲ ਸਾਹਿਬ ਇੱਕ ਮੈਂ ਕਿਰਦਾਰ ਨਾਂ ਦੀ ਕਵਿਤਾ ਲਿਖੀ ਹੈ ਜੀ। ਇਹਦੇ 'ਚ ਬੜੇ ਡੂੰਘੇ ਮਤਲਬ ਨੇ ਇਹਦੇ ਜੀ। ਤੇ ਇਹ ਪਾਠਕਾਂ ਦੇ ਛੱਡਾਂਗੇ ਕਿ ਉਹ ਸਮਝਣ ਇਹਨਾਂ ਨੂੰ ਜੀ। ਬਿਲਕੁਲ। ਇਹਦਾ ਨਾਂ ਰੱਖਿਆ ਕਿਰਦਾਰ ਜੀ। ਮਨੁੱਖਾਂ ਦਾ ਕਿਰਦਾਰ ਆ, ਕੌਮਾਂ ਦਾ ਕਿਰਦਾਰ ਆ, ਸਮਾਜ ਦਾ ਕਿਰਦਾਰ ਆ, ਦੇਸ਼ਾਂ ਦਾ ਕਿਰਦਾਰ ਆ। ਮੈਂ ਚਾਹੂੰਗਾ ਦਰਸ਼ਕਾਂ ਨੂੰ ਇਹ ਦੱਸਣਾ ਕਿ ਤੁਸੀਂ ਇਹਦੇ ਅਰਥ ਜਿਹੜੇ ਆ ਉਹ ਪਹਿਲੀਆਂ ਕਵਿਤਾਵਾਂ ਦੇ ਤੁਹਾਨੂੰ ਸਮਝਾਏ। ਇਹਦੇ ਸਮਝ ਕੇ ਤੁਸੀਂ ਕਮੈਂਟ ਜਿਹੜਾ ਜ਼ਰੂਰ ਕਰਿਓ ਕਿ ਤੁਹਾਡੇ ਸਮਝ ਦੇ ਵਿੱਚ ਕੀ ਪਿਆ ਇਸ ਕਵਿਤਾ ਦੇ ਵਿੱਚੋਂ ਖਾਸ ਤੌਰ 'ਤੇ ਜੀ। ਗਿੱਲ ਸਾਹਿਬ ਜੀ। ਬੁੱਕਲਾਂ 'ਚ ਰੱਖੇ ਜਿਨ੍ਹਾਂ ਸ਼ੀਸ਼ੇ ਲਕੋ ਕੇ ਜੀ ਸਮੇਂ ਨਾਲ ਉਹਨਾਂ ਨੂੰ ਕੱਚ ਬਣ ਵੱਜੇ।
ਸ਼ੀਸ਼ਾ ਵੇਖਣ ਵਾਲੀ ਚੀਜ਼ ਆ ਜੀ 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 ਲੋਕੀ ਲਕਾ ਲਕਾ ਰੱਖਦੇ ਆ ਜੀ। ਬੁੱਕਲਾਂ 'ਚ ਰੱਖੇ ਜਿਨ੍ਹਾਂ ਸ਼ੀਸ਼ੇ ਲਕੋ ਕੇ ਸਮੇਂ ਨਾਲ ਉਹਨਾਂ ਨੂੰ ਕੱਚ ਬਣ ਵੱਜੇ ਕੱਚ ਦੇ ਵਪਾਰੀ ਕੱਚ ਕਮਾਇਆ ਜਿਗਰੇ ਚਿੜੀ ਦੇ ਮੈਦਾਨੋਂ ਨੇ ਭੱਜੇ ਜੀ। ਸ਼ੇਰਾਂ ਦੇ ਜਿਗੜੇ ਕਿਸੇ ਕਿਸੇ ਪੱਲੇ ਮੌਤੋਂ ਨਾ ਡਰਦੇ ਬਲਾਵਾਂ ਨਾ ਪੋਹਣ ਜਵਾੜੇ ਤੋਂ ਫੜ ਕੇ ਸ਼ੇਰ ਪਾੜ ਸੁੱਟੇ ਅਟਕਾਂ 'ਚ ਖੜ ਗਏ ਮੈਦਾਨਾਂ 'ਚ ਗੱਜੇ ਜੀ 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 ਜੀ। ਮਿਲ ਵੰਡ ਕੇ ਖਾਂਦੇ ਮਿਲਦੀ ਜੋ ਵਸਤੂ ਜੀ ਵਿਤਕਰੇ ਜਿਨ੍ਹਾਂ ਦੇ ਜਿਹਨ ਨਾ ਪੂਰਾ ਜੀ। ਛੋਲਿਆਂ ਦੀ ਮੁੱਠ ਖਾ ਕੇ ਸਮਝਣ ਨਵਾਬ ਖੁਦ ਰਹਿ ਕੇ ਭੁੱਖੇ ਲੱਗਦੇ ਨੇ ਰੱਜੇ ਜੀ। ਨਾ ਬੰਦਸ਼ਾਂ 'ਚ ਰਹਿੰਦੇ ਨਾ ਜਿਹਨ ਗੁਲਾਮੀ ਧੌਂਸਾ ਨਹੀਂ ਦਿੰਦੇ ਡਰਾਵੇ ਨਾ ਮੰਨਣ ਬਹੁਤ ਵੰਡਦੇ ਪਿਆਰਾਂ ਦੀ ਖੁਸ਼ਬੂ ਨਿਮਰਤਾ ਹਲੀਮੀ ਰੱਬੀ ਹੁਕਮਾਂ 'ਚ ਵੱਜੇ ਜੀ। ਤੇਰਾ ਨਾ ਮੇਰਾ ਮਜਬਾਂ ਨਾ ਜਾਤਾਂ ਮਾਨਕ ਦੀ ਜਾਤ ਇੱਕੋ ਹੀ ਜਾਣਨ ਚੜ੍ਹਦੀ ਕਲਾ 'ਚ ਗਜਾਉਂਦੇ ਜਕਾਰੇ ਹਿਕਮਤ ਨਾ ਮੰਨਣ ਗੁਰੂ ਰੂਪ ਸੱਜੇ ਜੀ। ਚਰਨਾਂ ਦੀ ਧੂੜ ਕਾਲੋਂ ਵੀ ਤੇਰੀ ਰਜਾ 'ਚ ਲਿਖਦਾ ਤੇ ਬੋਲੇ ਜੀ। ਕਿਣਕਾ ਕੁ ਸਮਝੇ ਰਹਿਮਤਾਂ ਤੇਰੀ ਆਪਣੀ ਅਕਲ ਨੂੰ ਤੇ ਜਿੰਦਰੇ ਨੇ ਵੱਜੇ ਜੀ ਬਿਲਕੁਲ। ਸੋ ਬਹੁਤ ਖੂਬ, ਬਹੁਤ ਹੀ ਸੁੰਦਰ ਜਿਹੜੀ ਕਵਿਤਾ ਆ ਉਹ ਲਿਖੀ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਮਝ ਆ ਵੀ ਗਈਆਂ ਹੋਣਗੀਆਂ, ਪਰ ਬਹੁਤ ਸਾਰੀਆਂ ਅਜੇ ਸਮਝਣ ਵਾਲੀਆਂ ਤੁਸੀਂ ਕਮੈਂਟ ਕਰਕੇ ਜਿਹੜਾ ਆ ਉਹ ਜ਼ਰੂਰ ਦੱਸਿਓ। ਸੋ ਡਾਕਟਰ ਸਾਹਿਬ ਆਪਣੇ ਕੋਲ ਸਮੇਂ ਦੀ ਘਾਟ ਆ ਅਤੇ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੂੰਗਾ ਕਿ ਕਹਾਣੀ ਜਾਂ ਕਵਿਤਾ ਜਦੋਂ ਕੋਈ ਇਨਸਾਨ ਲਿਖਦਾ ਆ ਤਾਂ ਇਹ ਕੁਦਰਤੀ ਹੁੰਦਾ ਆ ਕਿ ਉਹਦੇ ਜ਼ਿਹਨ ਦੇ ਵਿੱਚ ਗੱਲਾਂ ਆਉਂਦੀਆਂ ਨੇ, ਜਾਂ ਫਿਰ ਕੋਈ ਆਮ ਇਨਸਾਨ ਵੀ ਕੁਛ ਨਾ ਕੁਛ ਲਿਖ ਸਕਦਾ ਆ, ਜਾਂ ਫਿਰ ਕੋਈ ਜ਼ਿੰਦਗੀ ਦੇ ਵਿੱਚ ਕੋਈ ਖਾਸ ਘਟਨਾ ਦਾ ਵਾਪਰ ਜਾਣਾ ਇਸ ਚੀਜ਼ ਨੂੰ ਜਨਮ ਦਿੰਦਾ? ਗਿੱਲ ਸਾਹਿਬ ਮੇਰੇ ਲਈ ਕਹਿਣਾ ਚਾਹੂੰਗਾ ਵੀ ਜਿੰਨੇ ਵੀ ਲਿਖਣਾ ਨਾ ਉਹਦਾ ਦਿਲ ਸੂਖਮ ਹੋਣਾ ਚਾਹੀਦਾ ਜੀ। ਉਹਦਾ ਦਿਲ ਸਪਸ਼ਟ ਹੋਣਾ ਚਾਹੀਦਾ, ਉਹਦਾ ਮਨ ਸਾਫ਼ ਹੋਣਾ ਚਾਹੀਦਾ ਜੀ। ਫਿਰ ਜਦੋਂ ਚਗਿਰਦੇ ਨੂੰ ਵਾਚਦਾ ਨਾ ਤੇ ਉਹਦੇ ਆਪਣੇ ਆਪ 'ਚ ਇੱਕ ਖੋਜ ਪੈਦਾ ਹੁੰਦੀ ਹੈ ਜੀ। ਜਿਸ ਤਰ੍ਹਾਂ ਮੈਂ ਦੱਸਿਆ ਮੈਂ ਖੋਜ ਵਾਲੀ ਕਿਤਾਬ ਲਿਖੀ ਹੈ ਜੀ। ਮੇਰਾ ਦਿਮਾਗ ਹਰ ਵੇਲੇ ਖੋਜ ਕਰਦਾ ਰਹਿੰਦਾ ਨਿੱਕੀ ਨਿੱਕੀ ਗੱਲ ਤੋਂ। ਇੱਥੇ ਤਿਤਲੀ ਉੱਡਦੀ, ਮੈਂ ਸੋਚਦਾ ਵੀ ਇਹ ਤਿਤਲੀ ਕਿੱਥੋਂ ਬਣੀ ਹੈ ਜੀ, ਇਹਦਾ ਮੁੱਢ ਕੀ ਸੀ ਜੀ। ਤੇ ਮੁੱਢ ਤੋਂ ਪਤਾ ਲੱਗਾ ਵੀ ਪਹਿਲਾਂ ਆਂਡਾ ਸੀ, ਫਿਰ ਲਾਰਵਾ ਬਣਿਆ, ਫਿਰ ਪਿਊਪਾ ਬਣਿਆ, ਫਿਰ ਤਿਤਲੀ ਬਣੀ ਜੀ ਜੀ ਜੀ। ਫਿਰ ਉਹ ਖੋਜ ਵੱਲ ਨੂੰ ਗੱਲ ਚੱਲ ਪਈ ਹਾਂਜੀ। ਫਿਰ ਉਹਦੇ ਖੰਭਾਂ ਤੇ ਰੰਗ ਕਿੰਨੇ ਭਰ ਦਿੱਤੇ ਹਾਂਜੀ ਜੀ। ਤੇ ਤਿਤਲੀਆਂ ਦੇ ਖੰਭਾਂ ਤੇ ਲਿਖਣਾ ਫੁੱਲਾਂ ਦਾ ਸਰਨਾਮਾ ਕੋਈ ਜਾਣਦਾ। ਫਿਰ ਉਹ ਆਮਦ ਇਹੋ ਜਿਹੇ ਸ਼ੇਰ ਦੀ ਹੋ ਜਾਂਦੀ ਹੈ। ਸੋ ਮੇਰਾ ਭਾਵ ਇਹ ਸੀ ਵੀ ਤੁਸੀਂ ਸੂਖਮ ਹੋਵੋ, ਖੋਜੀ ਹੋਵੋ, ਸਮਾਜ ਪ੍ਰਤੀ ਚੇਤਨ ਹੋਵੋ, ਫਿਰ ਕਿਸੇ ਤੁਰੇ ਜਾਂਦੇ ਬੰਦੇ ਦੇ ਵਿੱਚੋਂ ਵੀ ਤੁਹਾਨੂੰ ਕੁਛ ਨਾ ਕੁਛ ਲੱਭ ਜਾਏਗਾ ਉਹਦੇ ਹਾਲਾਤਾਂ ਤੋਂ, ਉਹਦੀ ਸਥਿਤੀ ਤੋਂ। ਤੇ ਇਸ ਤਰ੍ਹਾਂ ਲਿਖਿਆ ਜਾਂਦਾ ਜੀ। ਜਿਸ ਤਰ੍ਹਾਂ ਇੱਕ ਮੈਂ ਛੋਟੀ ਜਿਹੀ ਇੱਕ ਲਾਈਨ 'ਚ ਦੱਸਣਾ ਚਾਹਾਂਗਾ ਵੀ ਰਿਸ਼ਤੇ ਟੁੱਟ ਰਹੇ ਆ ਇਸ ਵੇਲੇ, ਵੂਮਨ ਸੈੱਲਾਂ ਦੇ ਵਿੱਚ ਭੀੜਾਂ ਲੱਗੀਆਂ ਜੀ ਜੀ ਜੀ। ਤੇ ਉਹਦੇ ਤੇ ਮੈਂ ਲਿਖਿਆ ਕਿਸੇ ਦਾ ਫੈਸਲਾ ਕਰਾਉਣ ਗਿਆ ਸੀ ਤੇ ਉੱਥੋਂ ਮਨ 'ਚ ਆਮਦ ਆ ਗਈ ਜੀ। ਨਾ ਰੂਹਾਂ ਦਾ ਮੇਲ ਨਾ ਜਿਸਮਾਂ ਦੀ ਕਸ਼ਿਸ਼ ਜੀ, ਨਾ ਰੂਹਾਂ ਦਾ ਮੇਲ ਨਾ ਜਿਸਮਾਂ ਦੀ ਕਸ਼ਿਸ਼, ਇਹ ਬੰਦੋਗਰੀ ਦਾ ਰਿਸ਼ਤਾ, ਦੱਸ ਇਹਦਾ ਕੀ ਨਾਂ ਰੱਖੀਏ। ਬਿਲਕੁਲ ਅੱਜ ਕੱਲ੍ਹ ਰਿਸ਼ਤੇ ਐਵੇਂ ਦੇ ਹੀ ਜਿਹੜੇ ਆ ਉਹ ਲੱਗਣ ਲੱਗ ਪਿਆ। ਤੇ ਆਖਿਰ ਦੇ ਉੱਤੇ ਡਾਕਟਰ ਸਾਹਿਬ ਕਿਤਾਬ ਦੀ ਬਾਬਤ ਜਿਹੜਾ ਆ ਉਹ ਦਰਸ਼ਕਾਂ ਨੂੰ, ਪਾਠਕਾਂ ਨੂੰ ਕੀ ਕਹਿਣਾ ਚਾਹੋਗੇ? ਗਿੱਲ ਸਾਹਿਬ ਮੈਂ ਕਹਿਣਾ ਚਾਹਾਂਗਾ ਕਿ ਕਿਤਾਬ ਪੜ੍ਹੋ, ਕਿਉਂਕਿ ਮੈਨੂੰ ਵੇਚਣ ਦਾ ਸ਼ੌਂਕ ਨਹੀਂ ਹੈ ਜੀ। ਮੈਂ ਮੰਨਦਾ ਕਿ ਅੱਖਰ ਮੁੱਲ ਨਹੀਂ ਵੇਚਣੇ ਚਾਹੀਦੇ ਜੀ ਜੀ। ਜੇ ਵਲਵਲੇ ਨਾ ਰੱਖੇ ਤੇ ਵਲਵਲੇ ਵੀ ਮੁੱਲ ਨਹੀਂ ਵਿਕਦੇ ਜੀ ਜੀ। ਲੇਕਿਨ ਮੇਰੀ ਹਰ ਲਿਖਤ ਦੇ ਵਿੱਚ ਇੱਕ ਸੁਨੇਹਾ, ਉਹ ਸੁਨੇਹਾ ਲੋਕਾਂ ਤੱਕ ਜੇ ਅੱਗੇ ਚਲੇ ਜਾਵੇ ਤੇ ਮੈਂ ਸਮਝਾਂਗਾ ਸਾਰਥਕ ਹੈ ਜੀ ਜੀ। ਇੱਕ ਘਟਨਾ ਵਾਪਰੀ ਸੀ ਆਸਫਾ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਜੀ। ਤੇ ਮੈਂ ਇੱਕ ਕਵਿਤਾ ਲਿਖੀ ਸੀ ਉਸ ਸਮੇਂ ਆਸਫਾ ਵਰਗੀਆਂ ਧੀਆਂ ਦੇ ਨਾਂ ਜੀ। ਉਹ ਲੜਕੀਆਂ ਬਾਰੇ ਹੈ, 2 ਲਾਈਨਾਂ ਦੱਸੂਗਾ ਹਾਂਜੀ। ਕੁਝ ਖਿੜੀਆਂ ਕੁਝ ਅੱਧ ਖਿੜੀਆਂ ਨੇ, ਕੁਝ ਨੇ ਗਰਭ ਨਿਵਾਸ, ਕੁਝ ਪਰੀਆਂ ਅਸਮਾਨੀ ਉੱਡਣ, ਕੋਈ ਪਾਇਲਟ ਵੀ ਬਣੀਆਂ, ਕੁਝ ਜਰਵਾਣਿਆਂ ਵਾਸ, ਕੁਝ ਤੇ ਚੀਰ ਹਰਨੇ ਹੋਈਆਂ ਜੀ, ਕੁਝ ਮਿਲਿਆ ਬਨਵਾਸ, ਕੁਝ ਦੀ ਧਾਕ ਰਾਸ਼ਟਰ ਮੰਡਲ ਵਿੱਚ ਜੀ, ਕੁਝ ਦਾ ਨੋਚਿਆ ਮਾਸ, ਕੁਝ ਮਰਦਾਂ ਦੀ ਨੋਕਾ ਝੋਕੀ,
ਕੁਝ ਬੰਦੀਆਂ ਤਰਵਾਸ, ਕੁਝ ਸੱਜਣਾ ਦੇ ਹਾਰ ਗਲੇ ਦਾ, ਕੋਈ ਸੱਜਣਾ ਲਈ ਖਾਸ। ਮੈਂ ਇੰਨੀਆਂ ਲਾਈਨਾਂ 'ਚ ਇਹ ਸੰਦੇਸ਼ ਦੇ ਰਿਹਾ, ਦਿੱਲੀ 'ਚ ਲੱਗੀਆਂ ਹੋਈਆਂ ਉਹਨਾਂ ਧੀਆਂ ਦੇ ਮੋਰਚੇ ਨੂੰ ਜਿਨ੍ਹਾਂ ਰਾਸ਼ਟਰਮੰਡਲ 'ਚ ਧਾਂਕ ਪਾਈ ਆ, ਏਸ਼ੀਆ 'ਚ ਧਾਂਕ ਪਾਈ ਆ, ਦੁਨੀਆ 'ਤੇ ਧਾਂਕ ਪਾਈ ਆ, ਤੇ ਨਾਲ ਦੀ ਨਾਲ ਜਿਹੜਾ ਲਫ਼ਜ਼ ਆ ਕੋਈ ਦੀ ਧਾਂਕ ਰਾਸ਼ਟਰਮੰਡਲ ਵਿੱਚ, ਕੋਈ ਦਾ ਨੋਚਿਆ ਮਾਸ, ਇਹ ਬੜਾ ਕੁਝ ਕਹਿ ਜਾਂਦਾ ਇੱਕ ਅੱਖਰ ਹੀ। ਸੋ ਮੈਂ ਕਹੂੰਗਾ ਵੀ ਇਹ ਕਿਤਾਬਾਂ ਪੜ੍ਹ ਕੇ ਹਰ ਬੰਦੇ ਨੂੰ ਪੜ੍ਹਨ ਦਾ ਦਿਲਚਸਪੀ ਰੱਖਣੀ ਚਾਹੀਦੀ। ਪੜ੍ਹਨਾ ਗਿਆਨ ਬਹੁਤ ਵੱਧਦਾ, ਸਮਾਜ ਬਾਰੇ, ਸਿਹਤ ਬਾਰੇ, ਆਪਣੇ ਆਉਣ ਵਾਲੇ ਵਾਤਾਵਰਨ ਬਾਰੇ, ਆਉਣ ਵਾਲੇ ਭਵਿੱਖ ਬਾਰੇ ਬਹੁਤ ਚੇਤਨਾ ਮਿਲਦੀ ਹੈ। ਬਿਲਕੁਲ। ਸੋ ਇਹ ਸਨ ਡਾਕਟਰ ਗੁਰਿਕਪਾਲ ਸਿੰਘ ਜੀ ਕਾਲੋਂ, ਜਿਨ੍ਹਾਂ ਦੀ ਕਿਤਾਬ ਜਿਹੜੀ ਵਲਵਲੇ ਭਾਗ 2 ਆਈ ਹੈ। ਸੋ ਉਹਦੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਹੈ, ਜਿਹਦੇ ਵਿੱਚ ਬਹੁਤ ਸੁੰਦਰ ਸੁਨੇਹੇ ਜਿਹੜੇ ਆ ਉਹ ਦਿੱਤੇ ਗਏ ਆ, ਚਾਹੇ ਉਹ ਗੱਲ ਨੌਜਵਾਨੀ ਦੀ ਹੋਵੇ, ਚਾਹੇ ਕੋਈ ਪਰਿਵਾਰਕ ਗੱਲ ਜਿਹੜੀ ਆ ਉਹ ਹੋਵੇ, ਚਾਹੇ ਰੂਹਾਨੀਅਤ ਦੀ ਗੱਲ ਜਿਹੜੀ ਆ ਉਹ ਹੋਵੇ। ਸੋ ਤੁਸੀਂ ਜ਼ਰੂਰ ਇਸ ਕਿਤਾਬ ਨੂੰ ਜਿਹੜਾ ਆ ਉਹ ਖਰੀਦੋ। ਕਿਤਾਬ ਖਰੀਦਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਤਾਬ ਖਰੀਦ ਲਈ ਆ, ਜਾਂ ਤੁਸੀਂ ਇਸ ਕਰਕੇ ਨਹੀਂ ਖਰੀਦਦੇ ਕਿ ਮੇਰਾ ਟਾਈਮ ਨਹੀਂ ਲੱਗਦਾ, ਮੈਂ ਕਦੋਂ ਪੜ੍ਹੂੰਗਾ। ਕਿਤਾਬ ਨੂੰ ਖਰੀਦੋ ਜ਼ਰੂਰ ਤੁਸੀਂ, ਕਿਉਂਕਿ ਜੇ ਤੁਸੀਂ ਨਹੀਂ ਪੜ੍ਹੋਗੇ ਤਾਂ ਚਲੋ ਕੋਈ ਹੋਰ ਪੜ੍ਹੇਗਾ ਤੁਹਾਡੇ ਘਰ ਦੇ ਵਿੱਚ, ਕਿਤੇ ਨਾ ਕਿਤੇ ਤਾਂ ਕਿਸੇ ਵੇਲੇ ਕਿਸੇ ਦੀ ਨਜ਼ਰ ਜਿਹੜੀ ਆ ਉਹਦੇ ਉੱਤੇ ਪਏਗੀ, ਤਾਂ ਜ਼ਰੂਰ ਉਸ ਨੂੰ ਪੜ੍ਹੇਗਾ। ਕਿਤਾਬਾਂ ਜਿਹੜੀਆਂ ਆ ਉਹ ਹਮੇਸ਼ਾ ਹੀ ਚੰਗੇ ਸੁਨੇਹੇ ਹੀ ਸਮਾਜ ਦੇ ਵਿੱਚ ਲੈ ਕੇ ਆਉਂਦੀਆਂ ਨੇ, ਅਤੇ ਖਾਸ ਤੌਰ ਦੇ ਉੱਤੇ ਇਹ ਕਿਤਾਬ ਵਲਵਲੇ 2 ਜਿਹੜੀ ਡਾਕਟਰ ਸਾਹਿਬ ਨੇ ਲਿਖੀ ਆ, ਉਹਦੀਆਂ ਕਵਿਤਾਵਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿਵੇਂ ਦੇ ਸੁਨੇਹੇ ਜਿਹੜੇ ਆ ਉਹ ਡਾਕਟਰ ਸਾਹਿਬ ਲੈ ਕੇ ਆਏ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਵਾਸਤੇ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਸੀਂ ਖੇਚਲ ਕਰਕੇ ਮੇਰੇ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਲਈ ਆਏ ਹੋ। ਮੈਂ ਤੁਹਾਡੇ ਚੈਨਲ ਦਾ, ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।